ਹੈਲੋ ਸਟੂਡੈਂਟਸ, ਗੁੱਡ ਮੋਰਨਿੰਗ ਐਵਰੀਵਨ। ਹਾਂਜੀ ਪਿਆਰੇ ਵਿਦਿਆਰਥੀਓ, ਅੱਜ ਅਸੀਂ ਲਿਟਰੇਚਰ ਬੁੱਕ ਦਾ ਫਸਟ ਚੈਪਟਰ ਕਵਿਤਾ ਮੇਰੀ ਮਾਂ ਪੰਜਾਬੀ ਬੋਲੀ ਬਾਰੇ ਪੜ੍ਹਾਂਗੇ। ਇਸ ਕਵਿਤਾ ਵਿੱਚ ਕਵੀ ਨੇ ਕੀ ਕਿਹਾ ਕਿ ਪੰਜਾਬੀ ਜੋ ਸਾਡੀ ਇੱਕ ਮਾਤ ਭਾਸ਼ਾ ਹੈ, ਪੰਜਾਬੀ ਭਾਸ਼ਾ ਹੈ, ਉਸ ਬਾਰੇ ਗੱਲਬਾਤ ਕੀਤੀ ਹੈ। ਕਵੀ ਕੀ ਕਹਿੰਦਾ ਹੈ ਕਿ ਮੇਰੀ ਮਾਂ ਪੰਜਾਬੀ ਬੋਲੀ ਜਿਵੇਂ ਸ਼ਹਿਦ ਇਹਦੇ ਵਿੱਚ ਘੋਲੀ, ਇਹਦੀ ਸਿਫਤ ਕਰਾਂ ਮੈਂ ਬਾਰ-ਬਾਰ ਕਿ ਇਹਦੇ ਜਹੀ ਕੋਈ ਹੋਰ ਨਾ, ਇਹਦਾ ਕਰਜ਼ਾ ਨਾ ਸਕੀਏ ਉਤਾਰ ਕਿ ਇਹਦੇ ਜਹੀ ਕੋਈ ਹੋਰ ਨਾ। ਕਵੀ ਕੀ ਕਹਿੰਦਾ ਹੈ ਕਿ ਮੇਰੀ ਮਾਂ ਪੰਜਾਬੀ ਬੋਲੀ ਇੱਕ ਇਹੋ ਜਿਹੀ ਬੋਲੀ ਹੈ ਜਿਵੇਂ ਕਿ ਸ਼ਹਿਦ ਇਹਦੇ ਵਿੱਚ ਘੋਲੀ, ਕਿ ਸਾਡੀ ਜੋ ਪੰਜਾਬੀ ਭਾਸ਼ਾ ਹੈ ਬਹੁਤ ਹੀ ਮਿੱਠੀ ਭਾਸ਼ਾ ਹੈ, ਸ਼ੁੱਧ ਭਾਸ਼ਾ ਹੈ, ਮਿਆਰੀ ਭਾਸ਼ਾ ਹੈ। ਜਿਵੇਂ ਕਿ ਅਸੀਂ ਸ਼ਹਿਦ ਨੂੰ ਮਿੱਠਾ ਰਸ ਮੰਨਦੇ ਹਾਂ, ਇਸੇ ਤਰ੍ਹਾਂ ਹੀ ਜੋ ਸਾਡੀ ਮਾਂ ਬੋਲੀ ਹੈ ਪੰਜਾਬੀ, ਉਸ ਦੇ ਵਿੱਚ ਵੀ ਸ਼ਹਿਦ ਦੀ ਤਰ੍ਹਾਂ ਰਸ ਘੋਲਿਆ ਹੋਇਆ ਹੈ। ਇਸ ਦੀ ਮੈਂ ਕੀ ਸਿਫਤ ਕਰਾਂ, ਕਿ ਇਸ ਦੀ ਮੈਂ ਪ੍ਰਸ਼ੰਸਾ ਕਿਵੇਂ ਕਰਾਂ, ਕਿਵੇਂ ਇਸ ਦੀ ਮੈਂ ਵਡਿਆਈ ਕਰਾਂ ਕਿ ਇਹਦੇ ਜਿਹੀ ਕੋਈ ਹੋਰ ਚੀਜ਼ ਨਹੀਂ ਹੈ, ਇਹਦਾ ਮੈਂ ਕਿਵੇਂ ਕਰਜ਼ਾ ਉਤਾਰਾਂ ਕਿ ਇਹਦੇ ਵਰਗੀ ਕੋਈ ਵੀ ਚੀਜ਼ ਨਹੀਂ ਹੈ, ਕਿ ਮੇਰੀ ਮਾਂ ਜੋ ਪੰਜਾਬੀ ਬੋਲੀ ਹੈ ਬਹੁਤ ਹੀ ਮਿੱਠੀ ਭਾਸ਼ਾ ਹੈ, ਬੋਲੀ ਹੈ। ਜਿੱਦਾਂ ਪਾਣੀ ਵਿੱਚ ਘੁਲੇ ਹੋਏ ਪਤਾਸੇ ਨੇ, ਜੱਗ ਲੁੱਟਿਆ ਪੰਜਾਬੀਆਂ ਦੇ ਹਾਸੇ ਨੇ, ਇਹ ਤੋਹਫਾ ਸਾਨੂੰ ਦਿੱਤਾ ਏ ਦਾਤਾਰ ਕਿ ਇਹਦੇ ਜਿਹੀ ਕੋਈ ਹੋਰ ਨਾ, ਇਹਦੀ ਸਿਫਤ ਕਰਾਂ ਮੈਂ ਬਾਰ-ਬਾਰ ਕਿ ਇਹਦੇ ਜਿਹੀ ਕੋਈ ਹੋਰ ਨਾ। ਕਵੀ ਕੀ ਕਹਿੰਦਾ ਸੈਕਿੰਡ ਪੈਰੇ ਵਿੱਚ ਕਿ ਜਿੱਦਾਂ ਪਾਣੀ ਦੇ ਵਿੱਚ ਅਸੀਂ ਪਤਾਸੇ ਨੂੰ ਘੋਲ ਲੈਂਦੇ ਹਾਂ ਕਿ ਉਹ ਉਸਦੀ ਬਹੁਤ ਮਿਠਾਸ ਬਣ ਜਾਂਦਾ, ਮਿੱਠਾ ਰਸ ਬਣ ਜਾਂਦਾ ਹੈ, ਕਿ ਪੰਜਾਬੀਆਂ ਦੇ ਹਾਸੇ ਵੀ ਇਸੇ ਤਰ੍ਹਾਂ ਹੀ ਨੇ। ਪੰਜਾਬੀਆਂ ਦੇ ਹਾਸੇ ਵੀ ਇੱਕ ਘੁਲੇ ਹੋਏ ਪਤਾਸੇ ਦੀ ਤਰ੍ਹਾਂ ਨੇ। ਇਹ ਜੋ ਸਾਨੂੰ ਤੋਹਫਾ ਗਾ, ਪੰਜਾਬੀਆਂ ਦਾ ਹਾਸਿਆਂ ਦਾ ਤੋਹਫਾ ਹੈਗਾ, ਇਹ ਸਾਨੂੰ ਕਿਸ ਨੇ ਦਿੱਤਾ? ਪਰਮਾਤਮਾ ਵੱਲੋਂ ਪ੍ਰਾਪਤ ਹੋਇਆ। ਦਾਤਾਰ ਮੀਨਸ ਪਰਮਾਤਮਾ, ਭਗਵਾਨ, ਰੱਬ, ਕਿ ਇਹਦੇ ਜਿਹੀ ਕੋਈ ਹੋਰ ਨਾ, ਕਿ ਜੋ ਸਾਡੀ ਮਾਂ ਬੋਲੀ ਹੈ ਇਹਦੇ ਵਰਗਾ ਕੋਈ ਹੋਰ ਨਹੀਂ ਹੈ। ਮੈਂ ਇਸ ਦੀ ਸਿਫਤ ਕਿਵੇਂ ਕਰਾਂ? ਮੈਂ ਇਸ ਦੀ ਬਾਰ-ਬਾਰ ਸਿਫਤ ਕਰ ਰਿਹਾ ਹਾਂ ਕਿ ਇਹਦੀ ਇਸ ਭਾਸ਼ਾ ਵਰਗਾ ਕੋਈ ਵੀ ਹੋਰ ਨਹੀਂ ਹੋ ਸਕਦਾ। ਇਹਨੂੰ ਗੁਰੂਆਂ ਪੀਰਾਂ ਨੇ ਵਡਿਆਇਆ ਏ, ਪੰਜ ਪਾਣੀਆਂ ਨਾਲ ਇਸ ਨੂੰ ਸਿੰਜਾਇਆ ਏ, ਬੂਟਾ ਪਾ ਲਿਆ ਇਹ ਬਨ ਪਹਿਰੇਦਾਰ ਕਿ ਇਹਦੇ ਜਿਹੀ ਕੋਈ ਹੋਰ ਨਾ, ਇਹਦੀ ਸਿਫਤ ਕਰਾਂ ਮੈਂ ਬਾਰ-ਬਾਰ ਕਿ ਇਹਦੇ ਜਿਹੀ ਕੋਈ ਹੋਰ ਨਾ। ਕਿ ਜੋ ਸਾਡੀ ਇਹ ਭਾਸ਼ਾ ਹੈ, ਪੰਜਾਬੀਆਂ ਦੀ ਭਾਸ਼ਾ ਹੈ, ਮਾਂ ਬੋਲੀ ਹੈ, ਇਸ ਨੂੰ ਕਿਸ ਨੇ ਵਡਿਆਇਆ ਹੈ, ਇਸ ਦੀ ਪ੍ਰਸ਼ੰਸਾ ਕਿਸ ਨੇ ਕੀਤੀ ਹੈ, ਇਸ ਨੂੰ ਕਿਸ ਨੇ ਸਿੰਜਿਆ ਹੈ? ਇਸ ਨੂੰ ਗੁਰੂਆਂ ਨੇ, ਪੀਰਾਂ ਨੇ ਵਡਿਆਇਆ ਹੈ, ਇਸ ਦੀ ਪ੍ਰਸ਼ੰਸਾ ਕੀਤੀ ਹੈ। ਪੰਜ ਪਾਣੀਆਂ ਜੋ ਸਾਡੇ ਪੰਜ ਦਰਿਆ ਨੇ, ਇਸ ਨੂੰ ਸਿੰਜਾਇਆ ਏ। ਬੂਟਾ ਪਾ ਲਿਆ ਇਹ ਬਨ ਪਹਿਰੇਦਾਰ, ਬੂਟਾ ਪਾ ਲਿਆ ਮੀਨਸ ਕਿ ਸੇਵਾ ਕਰਨੀ, ਕਿ ਇਸ ਦੀ ਸਭਨਾਂ ਨੇ ਸੇਵਾ ਕੀਤੀ ਹੈ, ਪਹਿਰੇਦਾਰੀ ਦਾ ਇੱਕ ਕੰਮ ਕੀਤਾ ਹੈ, ਕਿ ਜੋ ਇਹ ਸਾਡੀ ਭਾਸ਼ਾ ਹੈ ਇਹਦੀ ਕੋਈ ਵੀ ਰੀਸ ਨਹੀਂ ਕਰ ਸਕਦਾ, ਇਹਦੇ ਵਰਗੀ ਕੋਈ ਹੋਰ ਚੀਜ਼ ਨਹੀਂ ਬਣ ਸਕਦੀ। ਮੈਂ ਇਸ ਦੀ ਸਿਫਤ ਕਿਵੇਂ ਕਰ ਸਕਦਾ ਹਾਂ? ਮੀਨਸ ਮੈਂ ਇਸ ਦੀ ਸਿਫਤ ਬਾਰ-ਬਾਰ ਕਰ ਰਿਹਾ ਹਾਂ ਕਿ ਇਸ ਭਾਸ਼ਾ ਵਰਗੀ, ਇਸ ਮਾਂ ਬੋਲੀ ਜਿਹੀ ਹੋਰ ਕੋਈ ਵੀ ਚੀਜ਼ ਨਹੀਂ ਹੋ ਸਕਦੀ। ਲੋਰੀ ਸੁਣਦੇ ਸੁਹਾਗ ਘੋੜੀ ਗਾਉਂਦੇ ਹਾਂ, ਬਾਤ ਬੋਲੀ ਟੱਪਾ ਸੁਣਦੇ ਸੁਣਾਉਂਦੇ ਹਾਂ, ਸਾਡੇ ਮਨਾਂ ਤੋਂ ਨਾ ਉਤਰੇ ਖੁਮਾਰ ਕਿ ਇਹਦੇ ਜਿਹੀ ਕੋਈ ਹੋਰ ਨਾ। ਕਿ ਜੋ ਸਾਡੀ ਪੰਜਾਬੀ ਭਾਸ਼ਾ ਦੇ ਸਿਫਤਾਂ ਨੇ, ਸਾਡੀ ਪੰਜਾਬੀ ਭਾਸ਼ਾ ਦੇ ਸਾਹਿਤ ਰੂਪ ਨੇ। ਸਾਹਿਤ ਰੂਪ ਕਿਹੜੇ ਨੇ? ਕਿ ਅਸੀਂ ਸੁਹਾਗ, ਕਿ ਲੋਰੀਆਂ ਸੁਣਦੇ ਹਾਂ, ਅਸੀਂ ਆਪਣੇ ਵੱਡਿਆਂ ਤੋਂ ਲੋਰੀਆਂ ਸੁਣਦੇ ਹਾਂ, ਬਾਤਾਂ ਸੁਣਦੇ ਹਾਂ, ਟੱਪੇ ਸੁਣਦੇ ਹਾਂ। ਸੁਹਾਗ ਅਤੇ ਘੋੜੀਆਂ, ਕਿ ਕੁੜੀ ਮੁੰਡੇ ਦੇ ਵਿਆਹ 'ਤੇ ਸੁਹਾਗ ਘੋੜੀਆਂ ਗਾਏ ਜਾਂਦੇ ਨੇ, ਕਿ ਇਹ ਸਾਡੇ ਕੀ ਨੇ? ਇਹ ਸਾਡੇ ਪੰਜਾਬੀ ਭਾਸ਼ਾ ਦੇ ਇੱਕ ਸਾਹਿਤ ਰੂਪ ਨੇ। ਸਾਡੇ ਮਨਾਂ ਤੋਂ ਨਾ ਉਤਰੇ ਖੁਮਾਰ, ਖੁਮਾਰ ਮੀਨਸ ਖੁਸ਼ੀ, ਮਸਤੀ, ਕਿ ਅਸੀਂ ਇਹ ਲੋਰੀਆਂ ਸੁਣਦੇ ਹਾਂ, ਸੁਹਾਗ ਗਾਉਂਦੇ ਹਾਂ, ਘੋੜੀਆਂ ਗਾਉਂਦੇ ਹਾਂ, ਬਾਤਾਂ ਸੁਣਦੇ ਹਾਂ, ਬੋਲੀਆਂ ਪਾਉਂਦੇ ਹਾਂ, ਟੱਪੇ ਸੁਣਦੇ ਹਾਂ। ਇਹ ਕੁਝ ਕਰਕੇ ਸਾਡੇ ਮਨਾਂ ਤੋਂ ਮਸਤੀ ਨਹੀਂ ਉਤਰਦੀ, ਅਸੀਂ ਆਪਣੇ ਮਨਾਂ ਦੇ ਵਿੱਚੋਂ ਖੁਸ਼ੀ ਨੂੰ ਨਹੀਂ ਉਤਾਰ ਸਕਦੇ। ਇਸ ਸਾਡੀ ਮਿੱਠੀ ਜੋ ਸਾਡੀ ਭਾਸ਼ਾ, ਇਸ ਵਰਗਾ ਕੋਈ ਹੋਰ ਨਹੀਂ ਹੈ। ਇਹਦੀ ਸਿਫਤ ਕਰਾਂ ਮੈਂ ਬਾਰ-ਬਾਰ ਕਿ ਇਹਦੇ ਜਿਹੀ ਕੋਈ ਹੋਰ ਨਾ, ਦੇਸ਼ ਵਾਸੀਓ ਪੰਜਾਬੀ ਭੁੱਲ ਜਾਇਓ ਨਾ, ਕਿਤੇ ਕੱਖਾਂ ਵਾਂਗੂ ਐਵੇਂ ਰੁਲ ਜਾਇਓ ਨਾ। ਕਵੀ ਕੀ ਕਹਿੰਦਾ ਹੈ ਕਿ ਜੋ ਇਹ ਮਿੱਠੀ ਮਾਂ ਭਾਸ਼ਾ ਹੈ, ਮਾਂ ਬੋਲੀ ਹੈ, ਇਸ ਦੀ ਮੈਂ ਬਾਰ-ਬਾਰ ਸਿਫਤ ਕਰ ਰਿਹਾ ਕਿ ਇਸ ਵਰਗੀ ਕੋਈ ਹੋਰ ਚੀਜ਼ ਨਹੀਂ। ਕਿ ਕਵੀ ਪੂਰੇ ਦੇਸ਼ ਵਾਸੀਆਂ ਨੂੰ, ਪੰਜਾਬੀ ਵਾਸੀਆਂ ਨੂੰ ਕੀ ਕਹਿੰਦਾ ਹੈ ਕਿ ਤੁਸੀਂ ਕਦੇ ਵੀ ਪੰਜਾਬੀ ਭਾਸ਼ਾ ਨੂੰ ਨਾ ਭੁੱਲਿਓ, ਕਿ
ਆਪਣੀ ਜੋ ਤੁਹਾਡੀ ਮਾਤ ਭਾਸ਼ਾ ਹੈ, ਅਸੀਂ ਕੋਈ ਵੀ ਭਾਸ਼ਾ ਬੋਲਦੇ ਹਾਂ, ਹਿੰਦੀ ਬੋਲਦੇ ਹਾਂ, ਅੰਗਰੇਜ਼ੀ ਬੋਲਦੇ ਹਾਂ, ਚਾਹੇ ਅਸੀਂ ਇਹਨਾਂ ਭਾਸ਼ਾਵਾਂ ਨੂੰ ਸਾਨੂੰ ਬੋਲਣਾ ਪੈਂਦਾ, ਠੀਕ ਹੈ, ਅਸੀਂ ਬੋਲਦੇ ਹਾਂ, ਪਰ ਸਾਡੀ ਜੋ ਮਾਤ ਭਾਸ਼ਾ ਹੈ ਪੰਜਾਬੀ, ਸਾਨੂੰ ਉਸ ਨੂੰ ਆਪਣੇ ਮਨ ਦੇ ਵਿੱਚੋਂ ਨਹੀਂ ਵਿਸਾਰਨਾ ਚਾਹੀਦਾ, ਨਹੀਂ ਭੁੱਲਣਾ ਚਾਹੀਦਾ। ਕਵੀ ਇਹੋ ਸੰਦੇਸ਼ ਦਿੰਦਾ ਹੈ ਕਿ ਦੇਸ਼ ਵਾਸੀਆਂ ਨੂੰ ਕਿ ਤੁਸੀਂ ਆਪਣੀ ਜੋ ਮਾਤ ਭਾਸ਼ਾ ਉਸ ਨੂੰ ਕਦੇ ਵੀ ਭੁੱਲ ਨਾ ਜਾਇਓ, ਕਿਤੇ ਕੱਖਾਂ ਵਾਂਗੂ ਐਵੇਂ ਰੁਲ ਨਾ ਜਾਇਓ। ਮੀਨਸ ਕੱਖਾਂ ਵਾਂਗੂ ਰੁਲਣਾ ਕਿ ਆਪਣੀ ਜੋ ਤੁਹਾਡੀ ਹੋਂਦ ਹੈ ਪੰਜਾਬੀਆਂ ਦੀ, ਇਸ ਨੂੰ ਕਦੇ ਵੀ ਮਿਟਾ ਨਾ ਦਿਓ। ਇਹਦਾ ਸਭਨਾਂ ਦੇ ਸਿਰ ਉਪਕਾਰ ਕਿ ਇਹਦੇ ਜਿਹੀ ਕੋਈ ਹੋਰ ਨਾ, ਇਹਦੀ ਸਿਫਤ ਕਰਾਂ ਮੈਂ ਬਾਰ-ਬਾਰ ਕਿ ਇਹਦੇ ਜਿਹੀ ਕੋਈ ਹੋਰ ਨਾ। ਕਵੀ ਕਹਿੰਦਾ ਹੈ ਕਿ ਮੈਂ ਇਹਨਾਂ ਜੋ ਸਾਡੀ ਇਹ ਭਾਸ਼ਾ ਹੈ, ਮਾਂ ਬੋਲੀ ਹੈ, ਇਸ ਦਾ ਸਭਨਾਂ ਦੇ ਸਿਰ ਉਪਕਾਰ ਹੈ। ਉਪਕਾਰ ਮੀਨਸ ਭਲਾ ਹੈ, ਭਲਾਈ ਹੈ। ਇਹਦੇ ਜਿਹੀ ਕੋਈ ਹੋਰ ਚੀਜ਼ ਨਹੀਂ ਕਿ ਮੈਂ ਇਸ ਦੀ ਵਾਰ-ਵਾਰ ਸਿਫਤ ਕਰ ਰਿਹਾ ਹਾਂ ਕਿ ਇਸ ਭਾਸ਼ਾ ਵਰਗੀ, ਇਸ ਮਿੱਠੀ ਭਾਸ਼ਾ ਵਰਗੀ, ਮਾਂ ਬੋਲੀ ਵਰਗੀ ਕੋਈ ਵੀ ਹੋਰ ਚੀਜ਼ ਨਹੀਂ ਹੈ। ਤਾਂ ਇਸ ਕਵਿਤਾ ਦੇ ਵਿੱਚ ਪਿਆਰੇ ਵਿਦਿਆਰਥੀਓ, ਮੇਰੀ ਮਾਂ ਪੰਜਾਬੀ ਬੋਲੀ ਦੀ ਸਿਫਤ ਕੀਤੀ ਗਈ ਹੈ ਕਿ ਇਸ ਦੀ ਜੋ ਤੁਲਨਾ ਕਿਹਦੇ ਨਾਲ ਕੀਤੀ ਗਈ ਹੈ, ਸ਼ਹਿਦ ਨਾਲ, ਪਤਾਸਿਆਂ ਨਾਲ ਕੀਤੀ ਗਈ ਹੈ। ਇਸ ਨੂੰ ਕਿਸ ਨੇ ਸਿੰਜਾਇਆ ਹੈ, ਕਿਸ ਨੇ ਵਡਿਆਇਆ ਹੈ? ਸਾਡੇ ਗੁਰੂਆਂ ਨੇ, ਪੀਰਾਂ ਨੇ ਵਡਿਆਇਆ ਹੈ। ਔਰ ਇਸ ਨੂੰ 5 ਦਰਿਆਵਾਂ, 5 ਪਾਣੀਆਂ ਦੀ ਧਰਤੀ ਕਿਹਾ ਜਾਂਦਾ ਹੈ, ਉਸ ਦੁਆਰਾ ਇਸ ਨੂੰ ਸਿੰਜਾਇਆ ਗਿਆ ਹੈ। ਤਾਂ ਉਸ ਤੋਂ ਬਾਅਦ ਇਸ ਕਵਿਤਾ ਦਾ ਹੈ ਬੁੱਕ ਵਰਕ। ਸਭ ਤੋਂ ਪਹਿਲਾਂ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਜ਼ਬਾਨੀ ਦਿਓ ਕਿ ਪੰਜਾਬੀ ਕਿੱਥੋਂ ਦੀ ਮਾਤ ਭਾਸ਼ਾ ਹੈ? ਪੰਜਾਬ ਦੀ ਮਾਤ ਭਾਸ਼ਾ ਹੈ। ਮਾਤ ਭਾਸ਼ਾ ਕਿਸ ਨੂੰ ਕਹਿੰਦੇ ਨੇ? ਮਾਤ ਭਾਸ਼ਾ ਅਸੀਂ ਕਿਸ ਨੂੰ ਕਹਿੰਦੇ? ਅਸੀਂ ਲੈਂਗੁਏਜ ਦੇ ਵਿੱਚ ਵੀ ਕੁਐਸਚਨ ਕੀਤੇ ਨੇ ਕਿ ਜੋ ਜਨਮ ਸਮੇਂ ਬੱਚਾ ਆਪਣੀ ਮਾਂ ਕੋਲੋਂ ਸਿੱਖਦਾ ਹੈ। ਪੰਜਾਬ ਵਿੱਚ ਕਿੰਨੀਆਂ ਭਾਸ਼ਾਵਾਂ ਦਾ ਗਿਆਨ ਦਿੱਤਾ ਜਾਂਦਾ ਹੈ? ਪੰਜਾਬ ਵਿੱਚ 3 ਭਾਸ਼ਾਵਾਂ ਦਾ ਗਿਆਨ ਦਿੱਤਾ ਜਾਂਦਾ ਹੈ, ਪੰਜਾਬੀ, ਹਿੰਦੀ ਔਰ ਅੰਗਰੇਜ਼ੀ ਦਾ। ਸਾਡੀ ਰਾਸ਼ਟਰੀ ਭਾਸ਼ਾ ਕਿਹੜੀ ਹੈ? ਹਿੰਦੀ। ਅੰਗਰੇਜ਼ੀ ਹੈ ਜਿਹੜੀ ਉਹ ਸਾਡੀ ਭਾਰਤ ਦੀ ਅੰਤਰਰਾਸ਼ਟਰੀ ਭਾਸ਼ਾ ਕਹਾਉਂਦੀ ਹੈ। ਸੈਕਿੰਡ ਕੁਐਸਚਨ ਹੈ, ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਵਿਕਲਪਾਂ ਵਿੱਚੋਂ ਚੁਣੋ। MCQ ਨੇ। ਪੰਜਾਬੀ ਭਾਸ਼ਾ ਕਿਸ ਵਰਗੀ ਮਿੱਠੀ ਹੈ? ਸ਼ਹਿਦ ਵਰਗੀ। ਪੰਜਾਬੀਆਂ ਦੀ ਕਿਹੜੀ ਚੀਜ਼ ਨੇ ਦੁਨੀਆ ਨੂੰ ਲੁੱਟਿਆ ਹੈ? ਹਾਸੇ ਨੇ। 5 ਪਾਣੀਆਂ ਤੋਂ ਕੀ ਭਾਵ ਹੈ? 5 ਪਾਣੀਆਂ ਤੋਂ ਭਾਵ ਹੈ 5 ਦਰਿਆ। ਸੁਹਾਗ ਕਿਹੜੇ ਮੌਕੇ 'ਤੇ ਗੀਤ ਹਨ? ਸੁਹਾਗ ਨੇ ਜਿਹੜੇ ਉਹ ਕੁੜੀ ਦੇ ਵਿਆਹ 'ਤੇ ਗਾਏ ਜਾਂਦੇ ਨੇ। ਲੋਰੀ ਕਿਹੜੇ ਵੇਲੇ ਗਾਈ ਜਾਂਦੀ ਹੈ? ਬੱਚੇ ਨੂੰ ਸੁਲਾਉਣ ਲਈ। ਜਦੋਂ ਕੋਈ ਵੀ ਔਰਤ ਆਪਣੇ ਬੱਚੇ ਨੂੰ ਸੁਲਾਉਣਾ ਚਾਹੁੰਦੀ ਹੈ ਤਾਂ ਉਸ ਟਾਈਮ ਉਹ ਉਸ ਨੂੰ ਲੋਰੀ ਗਾ ਕੇ ਸੁਣਾਉਂਦੀ ਹੈ। ਪੰਜਾਬੀ ਭਾਸ਼ਾ ਦੇ ਸਾਡੇ ਸਿਰ ਕੀ ਹਨ? ਉਪਕਾਰ ਹਨ, ਭਲਾਈ ਹੈ। ਥਰਡ ਕੁਐਸਚਨ ਹੈ, ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ 1-2 ਵਾਕਾਂ ਵਿੱਚ ਲਿਖੋ। ਸ਼ਾਰਟ ਕੁਐਸਚਨਸ ਨੇ, 1 ਵਰਡ ਆਨਸਰ ਦੇਣੇ ਹੈ। ਕਵੀ ਦਾ ਪੰਜਾਬੀ ਭਾਸ਼ਾ ਦੀ ਬਾਰ-ਬਾਰ ਕਰਨ ਨੂੰ ਕੀ ਦਿਲ ਕਰਦਾ ਹੈ? ਕਵੀ ਦਾ ਕੀ ਮਨ ਕਰਦਾ ਹੈ ਕਿ ਪੰਜਾਬੀ ਭਾਸ਼ਾ ਦੀ ਉਹ ਬਾਰ-ਬਾਰ ਸਿਫਤ ਕਰ ਰਿਹਾ ਹੈ। ਪੰਜਾਬੀ ਭਾਸ਼ਾ ਦਾ ਤੋਹਫਾ ਸਾਨੂੰ ਕਿਸ ਨੇ ਦਿੱਤਾ ਹੈ? ਪਰਮਾਤਮਾ ਨੇ, ਭਗਵਾਨ ਨੇ, ਰੱਬ ਨੇ। 5 ਪਾਣੀਆਂ ਤੋਂ ਕੀ ਭਾਵ ਹੈ? 5 ਪਾਣੀਆਂ ਦਾ ਮਤਲਬ ਹੈ 5 ਦਰਿਆਵਾਂ ਦਾ ਪਾਣੀ। ਪੰਜਾਬੀ ਭਾਸ਼ਾ ਵਿੱਚ ਕਿਹੜੇ ਗੀਤ ਗਾਏ ਜਾਂਦੇ ਨੇ? ਸੁਹਾਗ, ਘੋੜੀ, ਬਾਤ, ਬੋਲੀ, ਟੱਪਾ ਆਦਿ। ਕਵੀ ਦੇਸ਼ ਵਾਸੀਆਂ ਨੂੰ ਕੀ ਸੁਨੇਹਾ ਦਿੰਦਾ ਹੈ? ਕਵੀ ਕੀ ਕਹਿੰਦਾ ਹੈ ਕਿ ਸਾਨੂੰ ਕਦੇ ਵੀ ਆਪਣੀ ਪੰਜਾਬੀ ਮਾਤ ਭਾਸ਼ਾ ਨੂੰ ਨਹੀਂ ਭੁੱਲਣਾ ਚਾਹੀਦਾ। 4th ਕੁਐਸਚਨ ਹੈ, ਉਸ ਤੋਂ ਬਾਅਦ ਕਰਦੇ ਹਾਂ ਕੁਐਸਚਨ ਨੰਬਰ 6। ਹੇਠਾਂ ਦਿੱਤੇ ਕਾਵਿ ਟੋਟੇ ਵਿੱਚੋਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਲਿਖੋ। ਲੋਰੀ ਸੁਣਦੇ ਸੁਹਾਗ ਘੋੜੀ ਗਾਉਂਦੇ ਹਾਂ, ਬਾਤ ਬੋਲੀ ਟੱਪਾ ਸੁਣਦੇ ਸੁਣਾਉਂਦੇ ਹਾਂ, ਸਾਡੇ ਮਨਾਂ 'ਚੋਂ ਨਾ ਉਤਰੇ ਖੁਮਾਰ ਕਿ ਇਹਦੇ ਜਿਹੀ ਕੋਈ ਹੋਰ ਨਾ। ਫਸਟ ਕੁਐਸਚਨ ਹੈ ਇਸ ਪੈਰੇ ਦਾ ਕਿ ਸੁਹਾਗ ਘੋੜੀ ਕਿਹੜੇ ਮੌਕੇ ਦੇ ਗੀਤ ਨੇ? ਇਹ ਵਿਆਹ ਦੇ ਸਮੇਂ 'ਤੇ ਗਾਏ ਜਾਣ ਵਾਲੇ ਗੀਤ ਹਨ। ਬੋਲੀ ਕਿਹੜੇ ਮੌਕੇ ਪਾਈ ਜਾਂਦੀ ਹੈ? ਸ਼ਗਨਾਂ ਦੇ ਸਮੇਂ। ਮਨਾਂ ਤੋਂ ਖੁਮਾਰ ਨਾ ਉਤਰਨਾ ਤੋਂ ਕੀ ਭਾਵ ਹੈ ਕਿ ਮਨਾਂ ਤੋਂ ਖੁਸ਼ੀ ਜਾਂ ਮਸਤੀ ਨਾ ਉਤਰਨਾ। ਉਸ ਤੋਂ ਬਾਅਦ ਹੈ ਵਿਆਕਰਨਿਕ ਪ੍ਰਸ਼ਨ, ਬਹੁ ਵਿਕਲਪੀ ਪ੍ਰਸ਼ਨ ਹੈ ਜੋ ਅਸੀਂ ਲੈਂਗੁਏਜ ਦੇ ਵਿੱਚ ਵੀ ਕੀਤੇ ਆ। ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਹੇਠਾਂ ਦਿੱਤੇ ਵਿਕਲਪਾਂ ਵਿੱਚੋਂ ਚੁਣੋ। MCQ ਨੇ। ਅਸੀਂ ਆਪਣੀ ਗੱਲ ਕਿਸੇ ਤੱਕ ਕਿਵੇਂ ਪਹੁੰਚਾਉਂਦੇ ਹਾਂ? ਜਾਂ ਅਸੀਂ ਬੋਲ ਕੇ ਪਹੁੰਚਾਉਂਦੇ ਹਾਂ ਜਾਂ ਅਸੀਂ ਲਿਖ ਕੇ। ਤਾਂ ਆਨਸਰ ਇਜ਼ ਬੋਲ ਕੇ ਜਾਂ ਲਿਖ ਕੇ। ਬੋਲੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ? 2 ਪ੍ਰਕਾਰ ਦੀ। ਕਿਹੜੀ ਭਾਸ਼ਾ ਸ਼ੁੱਧ ਭਾਸ਼ਾ ਹੁੰਦੀ ਹੈ? ਲਿਖਤੀ ਭਾਸ਼ਾ। ਕਿਉਂ ਹੁੰਦੀ ਹੈ? ਕਿਉਂਕਿ ਇਸ ਵਿੱਚ ਵਿਆਕਰਨਿਕ ਨਿਯਮ ਹੁੰਦੇ ਨੇ। ਕਿਹੜੀ ਭਾਸ਼ਾ 'ਤੇ ਕਿਸ ਇਲਾਕੇ ਦੀ ਬੋਲੀ ਦਾ ਅਸਰ ਹੁੰਦਾ ਹੈ? ਬੋਲਚਾਲ ਦੀ ਬੋਲੀ 'ਤੇ। ਜੋ ਸਾਡੀ ਉਪਬੋਲੀ ਹੁੰਦੀ ਹੈ ਉਸ 'ਤੇ ਬੋਲਚਾਲ ਦੀ ਭਾਸ਼ਾ ਦਾ ਅਸਰ ਹੁੰਦਾ ਹੈ ਔਰ ਹਰ ਇਲਾਕੇ ਦੀ ਆਪਣੀ ਆਪਣੀ ਉਪਭਾਸ਼ਾ ਹੁੰਦੀ ਹੈ।
ਉਸ ਤੋਂ ਬਾਅਦ ਹੈ ਸੈਕਿੰਡ ਕੁਐਸਚਨ, ਹੇਠਾਂ ਦਿੱਤੇ ਵਾਕਾਂ ਦੀ ਲਿੰਗ ਬਦਲੀ ਕਰੋ। ਲਿੰਗ ਬਦਲੀ ਕਿ ਅਸੀਂ ਸ਼ਬਦਾਂ ਨੂੰ ਵੀ ਲਿੰਗ ਵਿੱਚ ਬਦਲਦੇ ਹਾਂ, ਅਸੀਂ ਹੁਣ ਇਸ ਵਿੱਚ ਵਾਕਾਂ ਨੂੰ ਲਿੰਗ ਵਿੱਚ ਬਦਲਣਾ ਹੈ। ਪੰਜਾਬੀ ਗੱਭਰੂ ਭੰਗੜਾ ਪਾ ਰਿਹਾ ਹੈ। ਪੰਜਾਬੀ ਦਾ ਲਿੰਗ ਪੰਜਾਬਣ, ਗੱਭਰੂ ਮੁਟਿਆਰ, ਭੰਗੜਾ ਪਾ ਰਿਹਾ ਹੈ ਪਾ ਰਹੀ ਹੈ। ਪੰਜਾਬਣ ਮੁਟਿਆਰ ਭੰਗੜਾ ਪਾ ਰਹੀ ਹੈ। ਕੁੱਤੇ ਭੌਂ ਕੇ ਥੱਕ ਗਏ ਹਨ, ਕੁੱਤੀਆਂ ਭੌਂ ਕੇ ਥੱਕ ਗਈਆਂ ਹਨ। ਗਿੱਦੜ ਨੇ ਬੱਚੇ ਨੂੰ ਖਾ ਲਿਆ, ਗਿੱਦੜੀ ਨੇ ਬੱਚਿਆਂ ਨੂੰ ਖਾ ਲਿਆ। ਸਰਦਾਰ ਨੇ ਨੌਕਰ ਨੂੰ ਦਬਕਾ ਮਾਰਿਆ, ਸਰਦਾਰਨੀ ਨੇ ਨੌਕਰਾਣੀ ਨੂੰ ਦਬਕਾ ਮਾਰਿਆ। ਡਾਕਟਰ ਨੇ ਔਰਤ ਦੇ ਟੀਕਾ ਲਾਇਆ, ਡਾਕਟਰਾਨੀ ਨੇ ਆਦਮੀ ਦੇ ਟੀਕਾ ਲਾਇਆ। ਕਾਵਾਂ ਨੇ ਬਹੁਤ ਰੌਲਾ ਪਾਇਆ ਹੋਇਆ ਹੈ, ਕੌਣੀਆਂ ਨੇ ਬਹੁਤ ਰੌਲਾ ਪਾਇਆ ਹੋਇਆ ਹੈ। ਪੋਤਰਾ ਦਾਦੀ ਕੋਲੋਂ ਕਹਾਣੀ ਸੁਣ ਰਿਹਾ ਸੀ, ਪੋਤਰੀ ਦਾਦੇ ਕੋਲੋਂ ਕਹਾਣੀ ਸੁਣ ਰਹੀ ਸੀ। ਨਾਨੀ ਨੇ ਦੋਹਤੇ ਨੂੰ ਪਾਠ ਪੜ੍ਹਾਇਆ, ਨਾਨੀ ਨੇ ਦੋਹਤੀ ਨੂੰ ਪਾਠ ਪੜ੍ਹਾਇਆ। ਉਸ ਤੋਂ ਬਾਅਦ ਹੈ ਇਸ ਚੈਪਟਰ ਦੇ ਕੁਐਸਚਨ ਆਨਸਰ। ਜੋ ਬੱਚੇ ਕੁਐਸਚਨ ਆਨਸਰ ਨੇ 2 ਟਾਈਪ ਨੇ, ਸ਼ਾਰਟ ਕੁਐਸਚਨਸ ਐਂਡ ਲੌਂਗ ਕੁਐਸਚਨਸ। ਫਸਟ ਹੈ ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ 1-2 ਵਾਕਾਂ ਵਿੱਚ ਲਿਖੋ। ਕਵੀ ਦਾ ਪੰਜਾਬੀ ਭਾਸ਼ਾ ਦੀ ਵਾਰ-ਵਾਰ ਕੀ ਕਰਨ ਨੂੰ ਦਿਲ ਚਾਹੁੰਦਾ ਹੈ? ਸਿਫਤ। ਪੰਜਾਬੀ ਭਾਸ਼ਾ ਦਾ ਤੋਹਫਾ ਸਾਨੂੰ ਕਿਸ ਨੇ ਦਿੱਤਾ? ਪਰਮਾਤਮਾ ਨੇ। 5 ਪਾਣੀਆਂ ਤੋਂ ਕੀ ਭਾਵ ਹੈ? 5 ਦਰਿਆਵਾਂ ਦਾ ਪਾਣੀ। ਪੰਜਾਬੀ ਭਾਸ਼ਾ ਵਿੱਚ ਕਿਹੜੇ-ਕਿਹੜੇ ਗੀਤ ਗਾਏ ਜਾਂਦੇ ਹਨ? ਸੁਹਾਗ, ਘੋੜੀ, ਬਾਤ, ਬੋਲੀ ਅਤੇ ਟੱਪਾ। ਕਵੀ ਦੇਸ਼ ਵਾਸੀਆਂ ਨੂੰ ਕੀ ਸੁਨੇਹਾ ਦਿੰਦਾ ਹੈ ਕਿ ਕਦੇ ਵੀ ਪੰਜਾਬੀ ਭਾਸ਼ਾ ਨੂੰ ਸਾਨੂੰ ਨਹੀਂ ਭੁੱਲਣਾ ਚਾਹੀਦਾ। ਉਸ ਤੋਂ ਬਾਅਦ ਹੈ 4-5 ਸਤਰਾਂ ਵਿੱਚ ਅਸੀਂ ਕੁਐਸਚਨ ਆਨਸਰ ਲਿਖਣੇ ਨੇ। ਪੰਜਾਬੀ ਭਾਸ਼ਾ ਦਾ ਕਰਜ਼ਾ ਨਹੀਂ ਉਤਾਰਿਆ ਜਾ ਸਕਦਾ ਤੋਂ ਕੀ ਭਾਵ ਹੈ? ਇਸ ਕੁਐਸਚਨ ਦਾ ਆਨਸਰ ਹੈ ਕਿ ਸਾਡੀ ਮਾਂ ਬੋਲੀ ਪੰਜਾਬੀ ਭਾਸ਼ਾ ਨੂੰ ਕਿਹਾ ਗਿਆ ਹੈ। ਇਹ ਕਿਹੋ ਜਿਹੀ ਬੋਲੀ ਹੈ? ਇਹ ਸ਼ਹਿਦ ਵਾਂਗ ਬਹੁਤ ਹੀ ਮਿੱਠੀ ਭਾਸ਼ਾ ਹੈ। ਇਸ ਬੋਲੀ ਦੀ ਤਰ੍ਹਾਂ ਹੋਰ ਕੋਈ ਨਹੀਂ ਹੈ। ਸਾਡੀ ਮਾਂ ਬੋਲੀ ਪੰਜਾਬੀ ਦੀ ਬਹੁਤ ਹੀ ਸਿਫਤ ਕੀਤੀ ਗਈ ਹੈ। ਸੈਕਿੰਡ ਕੁਐਸਚਨ ਹੈ ਪੰਜਾਬੀ ਭਾਸ਼ਾ ਕਿਹੋ ਜਿਹੀ ਭਾਸ਼ਾ, ਇਸ ਦੀ ਤੁਲਨਾ ਕਿਸ ਨਾਲ ਕੀਤੀ ਗਈ ਹੈ? ਇਸ ਦਾ ਆਨਸਰ ਹੈ ਕਿ ਪੰਜਾਬੀ ਭਾਸ਼ਾ ਬਹੁਤ ਹੀ ਮਿੱਠੀ ਭਾਸ਼ਾ ਹੈ। ਇਸ ਦੀ ਤੁਲਨਾ ਕਿਸ ਨਾਲ ਕੀਤੀ ਗਈ ਹੈ? ਅਸੀਂ ਕਵਿਤਾ ਵਿੱਚ ਪੜ੍ਹਿਆ ਸ਼ਹਿਦ, ਪਤਾਸਿਆਂ ਆਦਿ ਨਾਲ। ਪੰਜਾਬੀ ਭਾਸ਼ਾ ਦੇ ਗੀਤ, ਲੋਰੀਆਂ, ਸੁਹਾਗ, ਘੋੜੀਆਂ ਕਿਹੜੇ-ਕਿਹੜੇ ਮੌਕਿਆਂ 'ਤੇ ਗਾਏ ਜਾਂਦੇ ਨੇ? ਜੋ ਸਾਡੇ ਇਹ ਸਾਹਿਤ ਰੂਪ ਨੇ ਪੰਜਾਬੀ ਭਾਸ਼ਾ ਦੇ ਗੀਤ ਨੇ ਜੋ ਉਹ ਕੁੜੀ ਦੇ ਵਿਆਹ 'ਤੇ, ਸੁਹਾਗ ਮੁੰਡੇ ਦੇ ਵਿਆਹ 'ਤੇ, ਲੋਰੀਆਂ ਬੱਚੇ ਨੂੰ ਸਲਾਉਣ ਲਈ ਗਾਏ ਜਾਂਦੇ ਹਨ। ਇਸ ਕਵਿਤਾ ਵਿੱਚ ਕਵੀ ਕੀ ਸੁਨੇਹਾ ਦਿੰਦਾ ਹੈ? ਕਵੀ ਕੀ ਸੁਨੇਹਾ ਦਿੰਦਾ ਹੈ, ਕੀ ਮੈਸੇਜ ਦਿੰਦਾ ਹੈ ਕਿ ਇਸ ਕਵਿਤਾ ਵਿੱਚ ਕਵੀ ਕਹਿੰਦਾ ਹੈ, ਸੁਨੇਹਾ ਦਿੰਦਾ ਹੈ ਕਿ ਸਾਡੀ ਮਾਂ ਬੋਲੀ ਬਹੁਤ ਹੀ ਮਿੱਠੀ ਬੋਲੀ ਹੈ। ਇਸ ਦੀ ਬਹੁਤ ਪ੍ਰਸ਼ੰਸਾ ਕੀਤੀ ਗਈ ਹੈ। ਇਸ ਭਾਸ਼ਾ ਦਾ ਤੋਹਫਾ ਸਾਨੂੰ ਪਰਮਾਤਮਾ ਵੱਲੋਂ ਮਿਲਿਆ ਹੈ। ਇਸ ਲਈ ਸਾਨੂੰ ਕਦੇ ਵੀ ਆਪਣੀ ਮਾਂ ਬੋਲੀ ਪੰਜਾਬੀ ਭਾਸ਼ਾ ਨੂੰ ਨਹੀਂ ਭੁੱਲਣਾ ਚਾਹੀਦਾ, ਸਗੋਂ ਇਸ ਦੀ ਸਾਨੂੰ ਤਾਰੀਫ ਕਰਨੀ ਚਾਹੀਦੀ ਹੈ, ਪ੍ਰਸ਼ੰਸਾ ਕਰਨੀ ਚਾਹੀਦੀ ਹੈ। ਉਸ ਤੋਂ ਬਾਅਦ ਹੈ ਇਸ ਕਵਿਤਾ ਦੇ ਸ਼ਬਦਾਂ ਨੂੰ ਮੁਹਾਵਰਿਆਂ ਵਿੱਚ ਵਰਤੋ। ਸਿਫਤ ਕੀ ਹੁੰਦੀ ਹੈ? ਪ੍ਰਸ਼ੰਸਾ। ਸਾਡੀ ਮਾਂ ਬੋਲੀ ਦੀ ਬਹੁਤ ਸਿਫਤ ਕੀਤੀ ਗਈ ਹੈ। ਪਤਾਸੇ, ਖਾਣ ਵਾਲੀ ਚੀਜ਼। ਪਤਾਸੇ ਬਹੁਤ ਮਿੱਠੇ ਹੁੰਦੇ ਹਨ। ਉਪਕਾਰ ਮੀਨਸ ਭਲਾ ਕਰਨਾ। ਭਲਾਈ, ਪੰਜਾਬੀ ਭਾਸ਼ਾ ਦੇ ਸਾਡੇ ਸਿਰ ਬਹੁਤ ਉਪਕਾਰ ਹਨ। ਉਪਕਾਰ ਮੀਨਸ ਭਲਾ। ਦਾਤਾਰ ਮੀਨਸ ਕੀ ਹੁੰਦਾ ਹੈ? ਪਰਮਾਤਮਾ, ਰੱਬ। ਪੰਜਾਬੀ ਭਾਸ਼ਾ ਦਾ ਤੋਹਫਾ ਸਾਨੂੰ ਦਾਤਾਰ ਨੇ ਦਿੱਤਾ ਹੈ। ਪਹਿਰੇਦਾਰ ਹੁੰਦਾ ਰਾਖੀ ਕਰਨਾ। ਰਾਮ ਪਹਿਰੇਦਾਰ ਦਾ ਕੰਮ ਕਰਦਾ ਹੈ। ਖੁਮਾਰ ਹੁੰਦਾ ਖੁਸ਼ੀ, ਮਸਤੀ, ਖੁਸ਼ੀ। ਸਾਰਿਆਂ ਦੇ ਮਨ ਬਹੁਤ ਖੁਮਾਰ ਹਨ। ਉਸ ਤੋਂ ਬਾਅਦ ਹੈ ਮੁਹਾਵਰੇ ਹੈ ਕਿ ਕੱਖਾਂ ਵਾਂਗੂ ਰੁਲ ਜਾਣਾ। ਕੱਖਾਂ ਵਾਂਗੂ ਰੁਲ ਜਾਣਾ ਮਤਲਬ ਬੁਰੀ ਤਰ੍ਹਾਂ ਰੁਲ ਜਾਣਾ। ਰਾਮ ਕਰਜ਼ੇ ਦੀ ਮਾਰ ਹੇਠ ਆ ਕੇ ਕੱਖਾਂ ਵਾਂਗੂ ਰੁਲ ਗਿਆ। ਕਰਜ਼ਾ ਨਾ ਉਤਾਰ ਸਕਣਾ ਮੀਨਸ ਪੈਸਾ ਵਾਪਸ ਨਾ ਕਰ ਸਕਣਾ। ਸੁਨੀਤਾ ਦੇ ਘਰ ਦੀ ਹਾਲਤ ਕਮਜ਼ੋਰ ਹੋਣ ਕਰਕੇ ਕਰਜ਼ਾ ਨਾ ਉਤਾਰ ਸਕੀ। ਸੋ ਪਿਆਰੇ ਵਿਦਿਆਰਥੀਓ, ਇਹ ਸੀ ਆਪਣਾ ਲਿਟਰੇਚਰ ਬੁੱਕ ਦਾ ਫਸਟ ਚੈਪਟਰ ਮੇਰੀ ਮਾਂ ਪੰਜਾਬੀ ਬੋਲੀ ਕਵਿਤਾ। ਥੈਂਕ ਯੂ।